दूसरा इंसीडेंट जो इंदिरा गांधी क्रॉस करी लाल बत्ती वाली गड्डी घुआ घुआ करदियां निकलियां तो मैं क्या भी कभी लाल बत्ती वाली मेरे को भी गड्डी हो मेरे खानदान च कदे कोई पंच नहीं बने और मेरे फादर राजनीति तो बहुत ज्यादा नफरत करते थे, बहुत ही ज्यादा। साढ़े को 10,000 रुपये ठेका एक रहा था 92 ਦੀਆਂ ਗੱਲਾਂ ਤੇ ਮੇਰੇ ਫਾਦਰ ਸਵੇਰੇ ਫਿਰ ਚਲੇ ਜਾਂਦੇ ਤੇ ਕਲੀਨਿਕ ਤੇ। ਮੇਰਾ ਇੱਕ ਛੋਟਾ ਬ੍ਰਦਰ ਦਾ ਯਾਦਵਿੰਦਰ ਹੁਣ ਵੀ ਉਹ ਪੜ੍ਹਨੇ ਚ ਠੀਕ ਠਾਕ ਦਾ, ਬੜੀ ਔਖੀ ਉਹਨੇ 10ਵੀਂ ਕਰੀ, 24,000 ਰੁਪਏ ਕਮਿਸ਼ਨ ਬਣੀ। ਫਿਰ ਮੈਂ ਸਕੂਟਰ ਖਰੀਦਿਆ 2478 ਨੰਬਰ ਦਾ ਵੈਸੇ। ਅੱਛਾ ਮੈਂ ਬੜਾ ਸਕੂਟਰ ਦੌੜੇ ਕਰਾ ਫਿਰ ਜਦੋਂ ਮੈਂ ਮਰੂਤੀ ਕਾਰ ਚਲਾਈ ਠੰਡਾ ਕੀ ਦਿਨ ਤੇ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਯਾਰ ਠੰਡਾ, ਮੈਂ ਲੋਕਾਂ ਨੂੰ ਕਹਿ ਰਿਹਾ ਵੀ ਇਸ ਸਾਲ ਠੰਡੇ ਨਹੀਂ ਹੋਈ। ਤੁਸੀਂ ਦੇਖੋ ਵੀ ਮੈਂ 5-6 ਹਜ਼ਾਰ ਫਲੈਟ ਡਿਲੀਵਰ ਕਰੇ ਹੋਣੇ, ਇੱਕ ਸਿੰਗਲ ਕੰਜ਼ਿਊਮਰ ਕੋਰਟ ਚ ਕੇਸ ਨਹੀਂ, ਸਿੰਗਲ ਕਦੇ ਵੀ। ਇਹ ਪ੍ਰਮਾਤਮਾ ਦੀ ਕਿਰਪਾ ਹੈ। ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਬਜ਼ੁਰਗ ਨਾ ਤੁਹਾਡੇ ਵਾਸਤੇ ਕੀ ਕਰਦੇ। ਜਦੋਂ ਤੁਹਾਡੇ ਮਾਂ-ਬਾਪ ਘਰ ਹੁੰਦੇ ਆ ਨਾ ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕੀ ਕਰਦੇ, ਜਦੋਂ ਚਲੇ ਜਾਂਦੇ ਆ ਨਾ ਐਨ.ਕੇ. ਸ਼ਰਮਾ, ਨਰਿੰਦਰ ਸ਼ਰਮਾ ਪੰਜਾਬ ਦੇ ਸਿਆਸਤਦਾਨ ਨੇ, ਅਕਾਲੀ ਦਲ ਦੇ ਨੇਤਾ ਨੇ ਤੇ ਐਮਐਲਏ ਨੇ। ਮੈਂ ਉਹਨਾਂ ਨੂੰ ਬਹੁਤ ਲੰਮੇ ਸਮੇਂ ਤੋਂ ਜਾਣਦਾ ਤੇ ਮੈਨੂੰ ਲੱਗਦਾ ਸੀ ਕਿ ਵੀ ਮੈਂ ਸਭ ਕੁਝ ਉਹਨਾਂ ਬਾਰੇ ਮੈਨੂੰ ਪਤਾ ਹੈ। ਪਰ ਪਿਛਲੀ ਸਰਦੀ 'ਚ ਸਬੱਬ ਨਾਲ ਉਹਨਾਂ ਨਾਲ ਇੱਕ ਗੈਰ ਰਸਮੀ ਮੁਲਾਕਾਤ ਹੋਈ ਤੇ ਇਸ ਗੱਲਬਾਤ 'ਚੋਂ, ਗੈਰ ਰਸਮੀ ਵਾਰਤਾਲਾਪ 'ਚੋਂ ਜੋ ਸ਼ਰਮਾ ਸਾਹਮਣੇ ਆਏ, ਮੈਨੂੰ ਲੱਗਿਆ ਮੈਂ ਉਹਨਾਂ ਨੂੰ ਜਾਣਦਾ ਹੀ ਨਹੀਂ ਸੀ। ਤੇ ਤੁਸੀਂ ਵੀ ਸੁਣੋ ਤੇ ਦੇਖੋ ਇਹ ਵੀਡੀਓ ਤੇ ਤੁਸੀਂ ਵੀ ਇਹੀ ਮਹਿਸੂਸ ਕਰੋ। ਵੱਡੀ ਕਈ ਵਾਰੀ ਮੈਂ ਅੱਜ ਤੁਹਾਡੇ ਨਾਲ ਗੱਲ ਕਰੀ, ਪੋਲੀਟੀਕਲੀ ਕਰ ਵੀ ਨਹੀਂ ਸਕਦੇ ਕਿਸੇ ਨਾਲ। ਨਹੀਂ, ਪ੍ਰਮਾਤਮਾ ਏਡੀ ਚੀਜ਼ ਆ ਨਾ, ਤੁਸੀਂ ਸੋਚ ਵੀ ਨਹੀਂ ਸਕਦੇ। ਰੱਬ ਕਿੱਡੀ ਵੱਡੀ ਸ਼ਕਤੀ ਹੈ। ਜਿਹੜੀ ਮੈਂ ਤੁਹਾਨੂੰ ਸਟੋਰੀ ਸੁਣਾਈ ਵੀ ਮੈਂ ਸਕੂਲ 'ਚ ਜਾਂਦੇ ਲੈ ਜਦੋਂ ਦੇਖੇ ਕਰਾਂ ਵੀ ਸਾਲੀ ਆਹ ਕਰ ਗਈ ਵੀ ਜ਼ਿੰਦਗੀ 'ਚ, ਯਾਰ ਇਹ ਸੋਚਣਗੇ। ਤੇ ਮੇਰੀ ਗ੍ਰੈਂਡ ਮਦਰ, ਮੈਂ ਤੁਹਾਨੂੰ ਦੱਸਾਂ, ਦੇਖੋ ਕਿੱਡੀ ਪ੍ਰਮਾਤਮਾ ਨਾ, ਮੈਂ ਚਮਤਕਾਰ ਦੇ ਰੂਪ 'ਚ ਦੱਸ, ਮੇਰੀ ਗ੍ਰੈਂਡ ਮਦਰ ਟੋਟਲੀ ਬਲਾਈਂਡ ਸੀ। ਅੱਛਾ। ਹਾਂ, ਮੇਰਾ ਜਿਹੜੇ ਬਾਬਾ ਜੀ ਤੇ ਨਾ, ਉਹਨਾਂ ਦੀ ਪਹਿਲੀ ਵਾਈਫ ਦੀ ਡੈਥ ਹੋ ਗਈ ਤੇ ਜਦੋਂ ਉਹਦੀ ਡੈਥ ਹੋਈ ਤਾਂ ਮੇਰੇ ਬਾਬਾ ਜੀ ਦੀ ਏਜ ਹੋਣੀ ਕੋਈ 48-49 ਸਾਲ। ਉਹਦੀ ਇੱਕ ਲੜਕੀ ਸੀਗੀ। ਦੇਖੋ ਉਹਦਾ ਬਾਬਾ ਜੀ ਨੇ ਕੋਈ ਰਿਸ਼ਤਾ ਕਰ ਦਿਆ ਕਿਤੇ, ਤੇ ਵਿਆਹ ਤੋਂ ਪਹਿਲਾਂ ਉਹਦੀ ਵੀ ਡੈਥ ਹੋ ਗਈ ਲੜਕੀ ਦੀ, ਤੇ ਉਹਨਾਂ ਨੇ ਕੋਈ ਹੋਰ ਲੜਕੀ ਲੈ ਕੇ ਫਿਰ ਬੜੇ ਤਕੜੇ ਤੇ ਵੈਦ ਤੇ ਲక్ష్ਮੀ ਦੱਤ ਉਹਨਾਂ ਨਾਲ ਕਰਾਇਆ। ਜਦੋਂ ਫਿਰ ਸੈਕੰਡ ਮੈਰਿਜ ਕਰਾਈ, ਮੇਰੀ ਦਾਦੀ ਜੀ ਟੋਟਲੀ ਬਲਾਈਂਡ ਸੀਗੇ ਬਾਈ ਬਰਥ, ਕਕਰਾਲੀ ਤੋਂ। ਉਹਨਾਂ ਦੇ ਮੇਰੇ ਫਾਦਰ ਇਕੱਲੇ ਹੀ ਲੜਕੇ ਹੋਏ। ਤੇ ਮੇਰੀ ਦਾਦੀ ਨਾਲ ਬਹੁਤ ਅਟੈਚਮੈਂਟ ਸੀ, ਬਹੁਤ ਜ਼ਿਆਦਾ। ਸਾਵਿਤਰੀ ਤਾਂ ਜਿੰਨੇ ਮੇਰੇ ਪ੍ਰੋਜੈਕਟ ਆ ਨਾ, ਅੱਛਾ ਇਹ ਉਹਨਾਂ ਦੇ ਨਾਂ ਤੇ ਆ, ਸਾਵਿਤਰੀ ਦੇ ਨਾਂ ਤੇ ਇਹ ਅੱਜ ਪਤਾ ਲੱਗਿਆ ਤੁਹਾਨੂੰ। ਸਾਰੇ ਪ੍ਰੋਜੈਕਟ ਉਹ ਮੇਰੀ ਦਾਦੀ ਜੀ ਸੀਗੀ। ਮੈਂ ਨਾ ਬਚਪਨ ਚ ਮੇਰੇ ਯਾਦ ਆ, ਮੈਂ 5-6 ਸਾਲ ਦਾ ਥਾ, ਰੋਟੀ ਖਾ ਰਹੇ ਸੀ ਬੈਠੇ, ਮੇਰੀ ਦਾਦੀ ਬੈਠੀ, ਮੈਂ ਆਪਣੀ ਦਾਦੀ ਨੂੰ ਕਿਹਾ ਵੀ ਅੰਮਾ ਕਹਿੰਦੇ ਤੇ ਸਾਡੇ ਪੁਆਧ ਚ ਅੰਮਾ ਕਹਿੰਦੇ ਹੁੰਦੇ ਸੀ। ਮੈਂ ਕਿਹਾ ਅੰਮਾ ਤੇਰੇ ਨਾਲ ਜ਼ਮੀਨ ਬਹੁਤ ਆ, ਮੇਰੇ ਨਾਲ ਲਵਾ ਦੇ, ਫਿਰ ਮੈਂ ਨਾ ਵੇਚ ਕੇ ਜ਼ਮੀਨ ਵੀ ਐਸ਼ ਕਰਾਂਗਾ। ਅੱਛਾ ਉਹ ਸਾਰੇ ਰਿਸ਼ਤੇਦਾਰ ਦੇਖ ਰਹਾ ਵੀ ਸਾਨੂੰ ਐ ਨਹੀਂ ਪਤਾ ਸਵਿਤਰੀ ਜਿਹੜੇ ਕਿਉਂ ਰੱਖਿਆ, ਅੰਮਾ ਮੇਰੇ ਨਾਲ ਕਰਵਾ ਦੇ, ਮੈਂ ਵੇਚ ਕੇ ਨਾ ਫਿਰ ਵੀ ਗੱਡੀਆਂ ਲਊਂਗਾ, ਐਸ਼ ਕਰੂੰਗਾ। ਤੇ ਮੇਰੇ ਸਾਰੇ ਰਿਸ਼ਤੇਦਾਰ, ਮੇਰਾ ਫਾਦਰ ਮੈਨੂੰ ਮੁਖਾਲ ਕਰੇ ਰਿਹਾ ਵੀ ਉਹ ਲੈ ਆਂਦੀ ਉਹ ਜ਼ਮੀਨਾਂ ਬਕਵਾਣ ਲੱਗ ਕੇ ਮਾਰੀਆਂ। ਤੇ ਦੇਖ ਲਿਓ ਉਸकी ਜ਼ਮੀਨ ਫਿਰ ਮੇਰੇ ਨਾਂ ਹੋਈ ਤੇ ਮੈਂ ਸਾਰੀਆਂ ਕਲੋਨੀਆਂ ਬਣਾਈਆਂ। ਕਿੰਨੀ ਜ਼ਮੀਨ ਸੀ ਉਹ ਜਿਹੜੀ? 15 ਕਿੱਲੇ ਜ਼ਮੀਨ ਸੀ ਸਾਡੀ। ਅੱਛਾ। ਜਿਹਦੇ 'ਚ ਖੇਤੀ ਕਰਦੇ ਤੇ, ਯਾਨੀ ਉਹ ਦੇਖੋ, ਯਾਨੀ ਉਸ ਟਾਈਮ ਦੀ ਗੱਲ। ਮੇਰੇ ਨਾਲ 3-4 ਚੀਜ਼ਾਂ ਹੋਈਆਂ। ਇਹ ਗੱਲ 1975-76 ਦੀ ਗੱਲ ਕਹਿ ਰਿਹਾ ਮੈਂ। ਸਾਡੇ ਬਜ਼ੁਰਗਾਂ ਦੀ ਜ਼ਮੀਨ ਸੀ, 20 ਏਕੜ ਜ਼ਮੀਨ ਸੀ, ਕੁਛ ਏਰੀਏ 'ਚ ਆ ਗਈ ਸੀ, ਕੁਛ ਇਹ ਜੀਰਕਪੁਰ 'ਚ ਸੀ, ਉਹ ਪਿੰਡ ਤੋਂ ਬਹੁਤ ਦੂਰ ਸੀ। ਵੀ ਕਦੇ ਕੋਈ ਉਹਨਾਂ ਗੱਡੀ ਦੇ ਥੱਲੇ ਆ ਜੇ ਉਹ ਵੇਚਦੀ ਸੀ 500 ਰੁਪਏ ਕਿੱਲੇ ਨੂੰ। ਯਾਨੀ ਇੱਕ ਦੇਖੋ ਇੰਸੀਡੈਂਟ ਉਹ। ਦੂਸਰਾ ਇੰਸੀਡੈਂਟ ਜਦੋਂ ਇੰਦਰਾ ਗਾਂਧੀ ਕ੍ਰਾਸ ਕਰੀ ਲਾਲ ਬੱਤੀ ਵਾਲੀ ਗੱਡੀ ਘੁਆ ਘੁਆ ਕਰਦੀਆਂ ਨਿਕਲੀਆਂ ਤਾਂ ਮੈਂ ਕਿਹਾ ਵੀ ਕਦੇ
ਲਾਲ ਬੱਤੀ ਵਾਲੀ ਮੇਰੇ ਕੋਲ ਵੀ ਗੱਡੀ ਹੋ। ਫਿਰ ਜਦੋਂ ਮੈਂ ਸੜਕ ਕ੍ਰਾਸ ਕਰਨੀ ਜੀ ਪੈਦਲ, ਕਈ ਵਾਰੀ ਨੰਗੇ ਪੈਰ ਜਾਣਾ, ਤੇ ਮੈਂ ਮਰੂਤੀ ਗੱਡੀ ਦੇਖਣੀ। ਮੈਂ ਕਿਹਾ ਯਾਰ ਇਹ ਗੱਡੀ ਜ਼ਿੰਦਗੀ 'ਚ ਲੈਣੀ ਹੈ ਜੇ ਤੁਸੀਂ ਸੋਚੋ। ਉਹਦੇ ਤਾਂ ਬਿਲਕੁਲ ਹੀ। ਅੱਛਾ, ਇੱਕ ਮੈਂ ਬਹੁਤਾ ਪੰਡਤਾਂ 'ਚ ਵਿਸ਼ਵਾਸ ਤਾਂ ਨਹੀਂ ਕਰਦਾ। ਮੇਰਾ ਇੱਕ ਦੋਸਤ ਵੈਸੇ ਵੀ ਇਲਾਕਾ ਵੀ ਪਛੜਿਆ ਸੀ ਨਾ ਸਾਡਾ, ਪੁਆਧੀ ਏਰੀਆ, ਬਾਣੀ ਵੀ ਨਹੀਂ ਸੀਗਾ। ਪਹਿਲਾ ਗ੍ਰੈਜੂਏਟ ਮੈਂ, ਮੇਰੇ ਤੋਂ ਪਹਿਲਾਂ ਇੱਕ ਬੰਦਾ ਗ੍ਰੈਜੂਏਟ ਹੋਇਆ ਮੇਰੇ ਪਿੰਡ ਦਾ, ਉਹ ਵਿਚਾਰਾ ਪਾਗਲ ਹੋ ਗਿਆ। ਦੂਸਰਾ ਗ੍ਰੈਜੂਏਟ ਮੈਂ, ਪੋਸਟ ਗ੍ਰੈਜੂਏਟ ਤਾਂ ਹੁਣ 5-7 ਸਾਲ ਪਹਿਲਾਂ ਹੀ ਹੋਇਆ। ਨਹੀਂ ਇੰਨਾ ਇਹ ਏਰੀਆ ਐਜੂਕੇਸ਼ਨਲੀ ਬੈਕਵਰਡ ਤਾਂ। ਸਾਡੇ ਜਿਹੜੀ ਜ਼ਮੀਨਾਂ ਤੀ ਨਾ ਸੇਮ ਤੀ ਇੱਥੇ। ਅਸੀਂ ਜੀਰੀ ਵੱਢ ਕੇ ਡੌਲ ਦੀ ਵੱਟ ਤੇ ਰੱਖਦੇ ਤੇ, ਫਿਰ ਸੁੱਕਦੀ ਤੀ, ਫਿਰ ਝਾੜ ਕੇ ਕੱਢਦੇ ਤੇ। ਅੱਛਾ, ਇਹ ਪੋਜੀਸ਼ਨ ਤੀ ਇਸ ਏਰੀਏ ਦੀ। ਮਤਲਬ ਇੰਨਾ ਬਾਅਦ ਚ ਤਾਂ ਪਾਣੀ ਦੀ ਸਮੱਸਿਆ ਹੋ ਗਈ ਸਗੋਂ। ਇਹ ਹੁਣ ਹੋਈ। ਹੁਣ ਤੱਕ ਵੀ ਅੱਜ ਤੋਂ ਜੇ ਆਪਾਂ 20 ਸਾਲ ਪਿੱਛੇ ਚਲੇ ਜਾਈਏ ਨਾ, ਮੇਰੇ ਪਿੰਡ 'ਚ ਪਾਣੀ ਸਿੱਧਾ ਹੀ ਧਰਤੀ ਤੋਂ ਫੁੱਟਦਾ। ਥੱਲੇ ਉਹ ਰਾਮ ਕੁੰਡੀ ਕਹਿੰਦੇ ਤੇ 6 ਫੁੱਟ ਦੀ। 20 ਸਾਲ ਪਹਿਲਾਂ ਦੀ ਗੱਲ ਆ, 15-20 ਅਸੀਂ ਦੇਖਿਆ। ਯਾਨੀ ਇਹ ਪੋਜੀਸ਼ਨ ਤੀ ਇੱਥੇ। ਅਸੀਂ ਨਾ ਜੀ ਜਿੱਥੇ ਮੇਰਾ ਦਫ਼ਤਰ ਆ ਦੇਖੋ, ਤੇ ਇੱਕ ਲੋਗੜ 'ਚ ਤੁਸੀਂ ਪਾਰਕ ਦੇਖੀ ਹੋਣੀ ਉੱਧਰ ਪਿੰਡ ਦੇ ਨੇੜੇ। 1 ਕਿਲੋਮੀਟਰ ਅਸੀਂ ਖਾਲ ਬਣਾਣੀ ਤਿੰਨੇ ਭਰਾਵਾਂ ਨੇ, ਰਾਤ ਨੂੰ ਫਿਰ ਪਾਣੀ ਦੇਣਾ। ਉੱਥੇ ਚੜੀ ਵਿੱਚੀ ਹੁੰਦੀ ਸੀ ਸਾਰੀ ਰਾਤ। ਅਸੀਂ ਸ਼ਮਸ਼ਾਨ ਘਾਟ ਹੁੰਦਾ ਤਾਂ ਸਗੋਂ ਇੱਕ ਵਾਰੀ ਸਾਲਾ ਬੜਾ ਅਜੀਬ ਜਿਹਾ ਕੰਮ ਹੋਇਆ। ਇੱਕ ਬੰਦਾ ਆ ਰਿਹਾ ਤਾਂ ਉਧਰ ਸ਼ਮਸ਼ਾਨ ਘਾਟ ਚਰਥੀ ਜਲ ਰਹੀ, ਤੇ ਅਸੀਂ ਉੱਥੇ ਰਾਤ ਨੂੰ ਪਾਣੀ ਦੇ ਰਹੇ। ਪਿੰਡਾਂ 'ਚ ਤੁਹਾਨੂੰ ਪਤਾ ਕਹਾਣੀਆਂ ਪਹਿਲਾਂ ਭੂਤਾਂ ਦੀਆਂ ਸੁਣਾਉਂਦੇ। ਉਹ ਬੰਦਾ ਆ ਰਿਹਾ ਸਕੂਟਰ ਤੇ, ਅਸੀਂ ਹੱਥ ਖੜੇ ਕਰਦੇ ਵੀ ਰੁਕ ਜਾ ਰੁਕ ਜਾ। ਉਹਨੇ ਸੋਚਿਆ ਭੂਤ ਆ ਗਏ, ਉਹਨੇ ਸਕੂਟਰ ਦੀ ਸਪੇਸ ਪਾ ਦੀ, ਉਹ ਵੜਕ ਕੇ ਗਿਰਿਆ ਜੀ ਉੱਥੇ। ਖਾਸੀ ਦੇਰ ਤਾਂ ਚੀਕਾਂ ਮਾਰਦਾ ਰਿਹਾ। ਅਸੀਂ ਤਾਂ ਜਾ ਕੇ ਚਰੀ 'ਚ ਵੜ ਗਏ। ਗੱਲ ਸੁਣਾਉਣ ਲੱਗੇ। ਹਾਂ, ਉਹ ਜਿਹੜੀ ਗੱਲ ਕਹਾਣੀ ਤੁਹਾਨੂੰ ਦੱਸਾਂ, ਕੁਦਰਤ। ਉਹ ਪਾਲ ਸਰਕਲ ਪ੍ਰਧਾਨ ਹੋਇਆ ਕੈਪਟਨ ਕਮਲਜੀਤ ਨੇ, 96 ਦੀ ਗੱਲ ਹੈ ਜੀ। ਮੇਰੇ ਕੋਲ ਸਾਈਕਲ ਹੁੰਦਾ ਦਾ, ਥੋੜਾ ਜਿਹਾ ਡਾਕਟਰੀ ਕਰਕੇ ਪੈਸੇ ਪੂਸੇ ਆ ਜਾਂਦੇ, ਕੱਪੜੇ ਕੁੱਪੜੇ ਮੈਂ ਚੰਗੇ ਪਾਉਣ ਲੱਗੇ ਤਾਂ ਮੈਂ ਸਾਈਕਲ ਨਾਲ ਜੀ, ਇਹ ਕੁਲਵੰਤ ਨਹੀਂ ਆਪਣਾ, JLPL ਵਾਲਾ ਮੇਰ, ਇਹਨਾਂ ਦੀ ਤੂੜੀ ਦੀ ਟਾਲ ਤੇ ਕੰਮ ਕਰਦਾ ਤਾਂ 300 ਰੁਪਏ ਮਹੀਨੇ। ਅੱਛਾ, ਮੈਂ ਇਹਦੀ ਟਾਲ ਤੇ ਸਾਈਕਲ ਖੜਾ ਕਰਨਾ। ਫਿਰ ਮੈਂ ਪੈਦਲ ਜੀਰਕਪੁਰ ਜਾਣਾ ਵੀ ਲੋਕ ਮਖੌਲ ਕਰੋਗੇ ਸਾਲੇ ਦੀ ਚੈਨ ਉਤਰ ਜਾਂਦੀ ਸੀ ਸਾਈਕਲ ਦੀ ਕਈ ਵਾਰੀ। ਫਿਰ ਜੀ ਮੈਂ ਪਾਲ ਦੀ ਦੁਕਾਨ ਤੇ ਜਾਣਾ। ਪਾਲ ਕੋਲ ਸਕੂਟਰ ਹੋਈ ਕਰਾ, ਮੈਂ ਤੇ ਪਾਲ ਅਸੀਂ ਪੰਚਕੂਲੇ ਚਲੇ ਗਏ ਕਿਸੇ ਪੰਡਤ। ਉਹ ਪੰਡਤਾਂ ਤੇ ਦੁਕਾਨ ਸੀ ਪਾਲ ਦੀ, ਕੈਮਿਸਟ ਤਾਂ ਕੈਮਿਸਟਰੀ। ਮੈਂ ਉਦੋਂ ਦਵਾਈਆਂ ਖਰੀਦਦਾ ਤਾਂ ਫਿਰ ਪਿੰਡ 'ਚ ਟਿੱਕੇ ਟੁੱਕੇ ਲਾ ਦੇਣੇ, ਦਵਾਈਆਂ ਦੇ ਦੇਣੀਆਂ। ਤੇ ਉਹ ਕੈਮਿਸਟ ਕੋਲ ਅਸੀਂ ਚਲੇ ਗਏ ਪੰਡਤ। ਉਹ ਪੰਡਤਾਂ 'ਚ ਵਿਸ਼ਵਾਸ ਰੱਖਦਾ। ਮਤਲਬ ਤੁਸੀਂ ਡਾਕਟਰੀ ਕਰਦੇ? ਡਾਕਟਰੀ ਹਾਂ ਮੈਂ ਪੂਰੀ। RMP ਮੇਰੇ ਫਾਦਰ ਡਾਕਟਰ, ਤੇ ਮੈਂ ਸਮਝ ਲਿਆ ਅਸਿਸਟੈਂਟ ਦਾ ਉਹਨਾਂ ਨੂੰ। ਜਿੰਨੇ ਟਿੱਕੇ ਟੁੱਕੇ ਲਾਣੇ, ਦਵਾਈਆਂ ਸਵਾਈਆਂ ਸਭ ਕੁਝ, ਜਿਹਨੇ ਪੈਸੇ ਦਿੱਤੇ ਠੀਕ ਹੈ, ਜਿਹਨੇ ਨਹੀਂ ਦੇ ਤਾਂ। ਅੱਜ ਵੀ ਮੇਰੇ ਪਿੰਡ 'ਚ ਹਰ ਘਰ ਦੀ ਕਿਚਨ ਤੱਕ ਮੇਰੀ ਐਂਟਰੀ ਹੈ ਅੱਜ ਵੀ। ਇੱਕ ਪਿੰਡਾਂ 'ਚ ਰਿਸ਼ਤਾ ਹੁੰਦਾ। ਪਿੰਡਾਂ 'ਚ ਰਿਸ਼ਤਾ ਪਤਾ ਕਿਆ, ਹਰੇਕ ਪਰਿਵਾਰ ਨਾਲ ਕੋਈ ਨਾ ਕੋਈ ਰਿਸ਼ਤਾ। ਮਤਲਬ ਕਿਸੇ ਪਰਿਵਾਰ ਦਾ ਮੈਂ ਜਨਮ ਤੋਂ ਹੀ ਬਾਬਾ ਹੈਗਾ, ਚਾਚਾ ਤਾਇਆ, ਕਿਸੇ ਪਰਿਵਾਰ ਦਾ ਛੋਟਾ ਜਿਹਾ ਬੱਚਾ ਮੇਰਾ ਬਾਬਾ ਹੈਗਾ। ਕੋਈ ਚਾਚਾ, ਕੋਈ ਤਾਇਆ, ਕੋਈ ਮਾਮਾ, ਕੋਈ ਭਾਬੀ, ਕੋਈ ਬੂਆ, ਕੋਈ ਮਾਮਾ, ਇਸ ਤਰ੍ਹਾਂ ਦੇ ਸਾਰਾ ਪਿੰਡ ਰਿਸ਼ਤੇ ਨਾਲ ਜੁੜਿਆ ਹੋਇਆ। ਅੱਜ ਵੀ ਉਹੀ ਰਿਸ਼ਤੇ ਆ ਮੇਰੇ ਨਾਲ। ਉਹ ਜੀ ਇੱਕ ਪੰਡਤ ਕੋਲ ਚਲੇ ਗਏ ਜੀ ਅਸੀਂ, ਤੁਹਾਨੂੰ ਦੱਸਾਂ। ਵੈਸੇ ਮੈਂ ਪੰਡਤਾਂ ਦੇ ਇੰਨਾ ਬਹੁਤਾ ਵਿਸ਼ਵਾਸ ਨਹੀਂ ਕਰਦਾ ਤਾਂ। ਉੱਥੇ ਜੀ ਉਹ ਬਜ਼ੁਰਗ ਸੀਗਾ ਕੋਈ 75 ਸਾਲ ਦਾ, ਹੁਣ ਤਾਂ ਮਰ ਗਿਆ, ਪ੍ਰੇਮ ਪਤਾ ਨਹੀਂ ਕਿਆ ਨਾ ਤਾਂ। ਉਹਨੇ ਉਹਨੂੰ ਹੱਥ ਦਿਖਾਇਆ। ਅੱਛਾ, ਪਾਲ ਨੇ ਵੀ ਤੂੰ ਦੱਸ ਵੀ ਮੈਂ ਕੁਝ ਬਣੂੰਗਾ ਤਾਂ ਜੀ। ਉਹਨੇ ਉਹਦਾ ਹੱਥ ਉੱਤੇ ਦੇਖਿਆ, ਫਿਰ ਡੇਟ ਆਫ ਬਰਥ ਪੁੱਛੀ। ਉਹਨੂੰ ਕਹਿਣ ਲੱਗਿਆ ਵੀ ਯਾਰ ਮੈਂ ਤੈਨੂੰ ਸੱਚ ਦੱਸਾਂ। ਕਹਿ ਰਿਹਾ ਹਾਂ ਦੱਸ। ਕਹਿ ਰਿਹਾ ਵੀ ਬਸ ਤੂੰ ਜੋ ਬਣਨਾ ਤਾਂ ਬਣ ਲਿਆ, ਜੇ ਤੂੰ ਪੂਰਾ ਜ਼ੋਰ ਲਾ ਲੈਣਾ ਬਸ ਇਹੀ ਸੀਟ ਰਿਟੇਨ ਕਰ ਸਕਾਂ। ਉਹ ਮੈਨੂੰ ਕਹਾਣੀ ਸੁਣਾਏ ਕਰਾਤਾ ਵੀ ਦੇਖ ਯਾਰ ਵੀ ਮੈਂ ਬੜਾ, ਉਹ ਕਾਠਗੜੀਏ ਜ਼ਿਮੀਂਦਾਰ ਤੇ ਜੈਲਦਾਰ ਤੇ ਬਹੁਤ ਜ਼ਮੀਨ ਜਾਇਦਾਦ ਅੱਜ ਵੀ ਬਹੁਤ ਹੈਗੀ ਕਰ, ਜਿਹੜੇ ਡਿਪਿਊਟਡ ਬੰਦੇ ਆ। ਉਹਦਾ ਇੱਕ ਚਾਚਾ ਚੇਅਰਮੈਨ ਤਾਂ ਧਨਵੰਤ, ਉੱਥੇ ਡੇਰਾ ਵੀ ਸੀ। ਅੱਛਾ, ਫਿਰ ਉਹਦਾ ਇੱਕ ਹੋਰ ਰਿਸ਼ਤੇਦਾਰ ਤਾਂ ਉਹ ਲਾਲੜੂ 'ਚ ਬੜਾ ਤਕੜਾ ਲੀਡਰ ਤਾਂ ਨਹੀਂ, ਉਹ ਉਸ ਟਾਈਮ MLA ਦੇ ਸੁਪਨੇ ਲੈਂਦਾ ਸੀ ਉਹ, MLA ਦਾ। ਤੇ ਮੈਂ ਉਹਦਾ ਚੇਲਾ ਸਾਂ, ਸਮਝ ਲਈ ਵੀ ਸਕੂਟਰ ਦੇ ਪਿੱਛੇ ਬੈਠ ਕੇ ਗਿਆ ਉਹਦੇ ਹੈ। ਚਲੋ ਜੀ ਉਹਨੇ ਗੱਲਾਂ ਬਾਤਾਂ ਕਿ ਨਹੀਂ। ਉਸ ਤੋਂ ਬਾਅਦ ਉਹ ਕਹਿਣ ਲੱਗਿਆ ਵੀ ਇਹਦਾ ਵੀ ਦੇਖੀ ਮੇਰੇ ਦੋਸਤ ਦਾ, ਉਹਨੇ ਮੇਰੇ ਪੈਸੇ ਵੀ, ਉਹਨੇ 50 ਰੁਪਏ ਮੇਰੇ ਵਾਲਾ ਵੀ ਉਹਨੇ ਆਪ ਦੇ ਆ। ਚਲੋ ਜੀ ਮੈਂ ਵੀ ਹੱਥ ਦਿਖਾਇਆ, ਮੈਨੂੰ ਡੇਟ ਆਫ ਬਰਥ ਪੁੱਛੀ ਉਹਨੇ, ਮੈਂ ਡੇਟ ਆਫ ਬਰਥ ਦੱਸਦੀ, ਨਾਂ ਨੂੰ ਦੱਸਿਆ। ਇਹ
ਕੈਲਕੂਲੇਸ਼ਨ ਹੈਗੀ, ਮਤਲਬ ਕਿਸੇ ਤਰ੍ਹਾਂ ਉਹਨੇ ਕਰੀ ਜੀ ਬੈਠ ਕੇ ਕਾਗਜ਼ ਤੇ 15-20 ਮਿੰਟ ਲਾਏ ਤੇ ਕਹਿਣ ਲੱਗਿਆ ਵੀ ਮੈਂ ਤਾਂ ਇੱਕ ਭਵਿੱਖਬਾਣੀ ਕਰਾਂ। ਉਹ ਕਹਿ ਰਿਹਾ ਕਹਿ ਰਿਹਾ ਵੀ ਇਹ ਬੰਦਾ ਇੱਕ ਦਿਨ ਮੰਤਰੀ ਬਣੂਗਾ। ਅੱਛਾ 1995 ਗੱਲ, ਮੇਰੇ ਖਾਨਦਾਨ ਚ ਕਦੇ ਕੋਈ ਪੰਚ ਨਹੀਂ ਬਣਿਆ ਔਰ ਮੇਰੇ ਫਾਦਰ ਰਾਜਨੀਤੀ ਤੋਂ ਬਹੁਤ ਜ਼ਿਆਦਾ ਨਫ਼ਰਤ ਕਰਦੇ ਤੇ, ਬਹੁਤ ਹੀ ਜ਼ਿਆਦਾ। ਇਹਨੂੰ ਜਿੰਨੀ ਕਹਿ ਲੈਣਾ ਵੀ ਉਹ ਸੋਚਦੇ ਤੇ ਵੀ ਯਾਰ ਇਹ ਬੜੀ ਕੁੱਤੀ ਗੇਮ ਆ, ਵੀ ਕਿਸੇ ਲੀਡਰ ਕੇ ਨੇੜਾ ਵੀ ਨਹੀਂ ਲੱਗਣਾ, ਇਤਨਾ ਐ ਸਮਝਦੇ ਤੇ ਮੈਂ ਕਿਹਾ ਤੂੰ ਗਲਤ ਕਹਿ ਦਿਆ ਪੰਡਿਤ ਜੀ, ਵੀ ਮੰਤਰੀ ਤਾਂ ਇਹਨੇ ਬਣਨਾ ਹੈਗਾ, ਤੇਰੇ ਪੱਲੇ ਗਿਆ। ਅੱਛਾ ਉਹਨੂੰ ਸੋਚ ਜਾ ਹੋਇਆ। ਫਿਰ ਅਸੀਂ ਆ ਕੇ ਜੂਸ ਪੀਆ, ਮੈਂ ਪਾਲ ਨੂੰ ਕਿਹਾ, ਮੈਂ ਕਿਹਾ ਦੇਖ, ਮੈਂ ਕਿਹਾ ਇਹਨੇ ਸੋਚਿਆ ਵੀ ਇਹ ਲਾਲਾ ਜਾਂ 4 ਪੈਸੇ ਵੱਧ ਦੇ ਦੇਗਾ ਤੇ ਮੈਨੂੰ ਮੰਤਰੀ ਬਣਾ ਦਿਆ, ਤੇਰੇ ਤਾਂ ਹੋਇਆ ਹੀ ਕਰਦੇ। ਅੱਛਾ ਚਲੋ, ਜੇ ਆਪਾਂ ਉਸ ਬੰਦੇ ਦੀ ਗੱਲ ਨੂੰ ਸਹੀ ਸਮਝਾਂ, ਚਲੋ ਉਹਦੀ ਕੈਲਕੂਲੇਸ਼ਨ ਠੀਕ ਸਮਝਾਂ, ਫਿਰ ਜੇ ਅੱਜ ਮੈਂ ਇੱਥੇ ਪਹੁੰਚਿਆ ਉਹਦੇ 'ਚ ਮੇਰਾ ਤਾਂ ਕੋਈ ਰੋਲ ਨਹੀਂ ਹੈ, ਤਾਂ ਪ੍ਰਮਾਤਮਾ ਨੇ ਕੋਈ ਡਿਊਟੀ ਸੰਭਾਲੀ ਆ। ਮੈਂ ਇੱਕ ਇਸ ਢੰਗ ਨਾਲ ਵੀ ਇਹਨੂੰ ਸੋਚਦਾ ਹੈਗਾ। ਫਿਰ ਚਲੋ ਬੰਦੇ ਦਾ ਰੋਲ ਤਾਂ ਪਤਾ ਨਹੀਂ ਪਰ ਵੈਸੇ ਮੈਂ ਕਈ ਵਾਰੀ ਮੈਂ ਸੋਚ ਲਿਆ ਉਹ ਗੱਲਾਂ ਨੂੰ, ਮੈਂ ਵੀ ਭੁੱਲ ਗਿਆ ਹੁਣ ਪਿੱਛੇ। ਫਿਰ ਉਹ ਪਾਰਟੀ ਛੱਡ ਗਿਆ ਜੀ, ਕਾਂਗਰਸ ਚਲੇ ਗਿਆ, ਕਦੇ ਕਿਤੇ ਚਲੇ ਗਿਆ। ਜਦੋਂ ਮੈਨੂੰ ਟਿਕਟ ਮਿਲਿਆ, ਮੈਂ ਡੇਰਾ ਅਸੀਂ ਪਹਿਲੀ ਵਾਰੀ ਲੜਿਆ, ਮੈਂ ਉਹਦੇ ਘਰ ਗਿਆ ਪਹਿਲਾਂ, ਉਹ ਕਾਂਗਰਸ ਚ ਤਾਂ ਉਹਨੂੰ ਨਾ, ਫਿਰ ਮੈਂ ਸਰਪੰਚ ਬਣ ਗਿਆ, ਪਤਾ ਨਹੀਂ ਕਿਆ ਚੱਕਰ, ਸਾਡਾ ਫਰਕ ਪੈ ਗਿਆ। ਪਰ ਮੈਂ ਅੱਜ ਵੀ ਉਹਨੂੰ ਆਪਣਾ ਵੱਡਾ ਹੀ ਭਰਾ ਸਮਝਿਆ। ਮੈਂ ਉਹਦੇ ਪਾਸ ਗਿਆ, ਮੈਂ ਕਿਹਾ ਵੀ ਯਾਰ ਦੇਖ, ਆਪਾਂ ਇਕੱਠੇ ਸ਼ੁਰੂ ਕਰਿਆ ਤਾਂ ਰਾਜਨੀਤੀ, ਉਹਦੇ ਕਰਕੇ ਮੈਂ ਸਰਪੰਚ ਬਣਿਆ, ਪਾਲ ਕਰਕੇ। ਪਤਾ ਕਿਉਂ ਬਣਿਆ? ਤੁਹਾਨੂੰ ਅੰਦਰ ਦੀ ਗੱਲ ਦੱਸਾਂ ਜੀ। ਮੇਰੇ ਪਿੰਡ ਮਾਂ ਇੱਕ ਬੰਦਾ ਖੜਾ ਹੋ ਗਿਆ, ਦਲੀਪ ਸਿੰਘ, ਸਰਪੰਚੀ ਚ। ਬੰਦਾ ਸ਼ਰੀਫ ਤਾਂ ਅਰੇ ਨਾ ਮੇਰੇ ਪਿੰਡ ਮੈਂ ਇਹ ਬੋਦੀ ਹੈ, ਬੋਲੀ ਇਹ ਬੋਦੀ ਬੋਲੀ ਆ ਗਿਆ ਜੀ, ਬਜਾ ਘੁੰਮਦਾ ਘੁੰਮਦਾ ਮੇਰੇ ਪਿੰਡ ਮੈਂ ਮੇਰੇ ਦਫ਼ਤਰ ਚ ਆ ਗਿਆ। ਗੈਲ ਗਿਆ ਦਫ਼ਤਰ ਆ ਗਿਆ। ਉਹ ਦਫ਼ਤਰ ਚ ਕਿਆ ਹੋਇਆ ਜੀ, ਉਹਨੇ ਪਾਲ ਨੂੰ ਖੜਾ ਕਰਕੇ ਕਹਿਣ ਲੱਗਿਆ ਵੀ ਯਾਰ ਮੈਂ ਖੜ ਗਿਆ ਸਰਪੰਚੀ ਨੂੰ, ਪਿੰਡ 'ਚ ਤਾਂ ਮੇਰੇ ਮੁਕਾਬਲੇ ਕੋਈ ਬੰਦਾ ਹੀ ਨਹੀਂ ਹੈ, ਵੀ ਤੁਸੀਂ ਕਲੋਨੀਆਂ ਜੇ ਤਾਂ ਮੇਰੀ ਮਦਦ ਕਰ ਦਿਓ, ਵੀ ਮੈਂ ਸਰਪੰਚ ਬਣ ਗਿਆ। ਉਹਨੂੰ ਇਹ ਕਹਿਣਾ ਤਾਂ ਮੈਂ ਕਿਹੜਾ ਕੋਈ ਲੀਡਰ, ਤਾਂ ਮੈਨੂੰ ਉਹ ਵੋਟ ਵਾਸਤੇ ਕਹਿੰਦਾ, ਉਹਨੂੰ ਤਾਂ ਇਦਾਂ ਵੀ ਇਹਨੇ ਪੰਡਤ ਨੇ ਵੋਟ ਪਾਣੀ ਆ, ਪਾਈ ਦੇਣੀ ਆ। ਉਹ ਚਲੇ ਗਿਆ ਜੀ। ਇਹਨੂੰ ਪਾਲ ਨੂੰ ਬਸ ਪ੍ਰੋਬਲਮ ਹੋ ਗਈ, ਮੈਨੂੰ ਕਹਿ ਰਿਹਾ ਵੀ ਯਾਰ ਦੇਖ ਕਿੰਨਾ ਹੰਕਾਰਿਆ ਹੋਇਆ ਆਦਮੀ ਹੈ, ਕਿਆ ਕਹਿ ਰਿਹਾ ਵੀ ਪਿੰਡੋਂ ਮੇਰੇ ਮੁਕਾਬਲੇ ਕੋਈ ਬੰਦਾ ਨਹੀਂ ਕੋਈ, ਵੀ ਤੁਹਾਨੂੰ ਮੇਰੀ ਮਦਦ ਕਰਦੇ ਮੈਂ ਜਿੱਤ ਜੂਗਾ। ਮੈਂ ਕਿਹਾ ਠੀਕ ਕਹਿ ਰਿਹਾ, ਵੀ ਪਿੰਡ ਮਾ ਤਾਂ ਕੋਈ ਹੈ ਹੀ ਨਹੀਂ ਲੜਨੇ ਵਾਲਾ, ਵੀ ਇਹੀ ਆ, ਵੀ ਤੂੰ ਕਰ ਦੇ। ਕਹਿ ਰਿਹਾ ਲੈ ਦੇਖ ਸਰ, ਤੈਨੂੰ ਕਿਹਾ ਨਹੀਂ ਵੋਟ ਵਾਸਤੇ, ਮੈਨੂੰ ਕਹਿ ਕੇ ਚਲੇ ਗਿਆ। ਦੇਖੋ ਸਰਪੰਚ ਕਿਸ ਤਰ੍ਹਾਂ ਬਣੇ। ਮੈਂ ਕਿਹਾ ਯਾਰ ਵੀ ਇਹੀ ਬਣੂ ਸਰਪੰਚ ਤਾਂ। ਕਹਿ ਰਿਹਾ ਨਹੀਂ ਨਰਿੰਦਰ, ਪੰਗਾ ਪੈ ਜਾਣਾ ਸਾਲਾ। ਮੈਂ ਕਿਹਾ ਹੋਇਆ? ਕਹਿ ਰਿਹਾ ਵੀ ਉਰਾ ਹੈਗੀ ਸਾਰੀ ਸੈਣੀ ਵੋਟ, ਵੀ ਜੇ ਕਿਤੇ ਇਹ ਸਰਪੰਚ ਬਣ ਗਿਆ, ਇਹ ਕੱਲ ਨੂੰ ਮੇਰੇ ਵਾਲੀ ਸੀਟ ਲਿਆਊਗਾ, ਸਰਕਲ ਪ੍ਰਧਾਨ ਬਣ ਜੂਗਾ, ਆਪਾਂ ਨੂੰ ਇਹਨੂੰ ਹਰਾਉਣਾ ਪੈਣਾ ਹੈਗਾ। ਮੇਰੀ ਤਾਂ ਕਿਉਂਕਿ ਮੇਰਾ ਤਾਂ ਉਹਨਾਂ ਨਾਲ ਵੀ ਪਿਆਰ ਤਾਂ ਪਰ ਪਰਮਿੰਦਰ ਨੂੰ ਮੈਂ ਬੜਾ ਭਰਾ ਸਮਝਿਆ ਤਾਂ ਆਪਣਾ, ਵੀ ਯਾਰ ਜੋ ਇਹਨੇ ਮੂੰਹ ਤੇ ਕੱਢ ਦਿਆ ਠੀਕ ਆ। ਕਿਸੇ ਬੰਦੇ ਨਾਲ ਅਟੈਚ ਹੋਣ, ਮੇਰੇ ਨਾਲ ਬਿਜ਼ਨਸ ਪਾਰਟਨਰ ਵੀ ਤਾਂ ਚਲੋ ਜੀ, ਅਸੀਂ 3-4 ਬੰਦੇ ਪਿੰਡ ਵਾਲਿਆਂ ਕੋਲ ਫਿਰ ਗਏ, ਘੁੰਮੇ ਵੀ ਤੂੰ ਖੜਾ ਹੋ, ਤੂੰ ਖੜਾ ਹੋ, ਤੂੰ ਖੜਾ ਹੋ, ਬਸ ਜੀ ਬੜੇ ਜ਼ੋਰ ਲਾਇਆ ਜੀ। ਗੁਣਾ ਤੁਹਾਡੇ ਤੇ ਪੈ ਗਿਆ ਮੇਰੇ ਤੇ ਨਹੀਂ ਪਿਆ ਜੀ। ਮੈਂ ਤਾਂ ਕਿਸੇ 3-13 ਚ ਹੈ ਹੀ ਨਹੀਂ ਤਾਂ, ਮੇਰੀ ਉਮਰ ਦੀ ਸਾਰੀ 26-27 ਸਾਲ ਦੀ। ਰਾਜਨੀਤੀ ਬਾਰੇ ਸੋਚ ਵੀ ਨਹੀਂ ਸਕਦਾ ਮੈਂ। ਇਕੱਠੇ ਕਰਕੇ ਜੀ ਐਂਡ 'ਚ ਪਲੈਨਿੰਗ ਹੋਈ ਵੀ ਮੇਰੇ ਫਾਦਰ ਨੂੰ ਖੜਾ ਕਰ ਦਿਓ। ਅੱਛਾ, ਉਹਨੂੰ ਕਹੇ ਕੌਣ ਬੰਦਾ, ਮਤਲਬ ਹਾਂ ਬਿਲਕੁਲ ਹੀ, ਜਿਹੜਾ ਬਿਲਕੁਲ ਹੀ ਰਾਜਨੀਤੀ ਨਾਲ ਨਹੀਂ। ਇਕੱਠੇ ਮੇਰੇ ਫਾਦਰ ਬਹਿਲਾਣਾ ਪਿੰਡ ਆ, ਉੱਥੇ 25-30 ਸਾਲ ਉਹਨਾਂ ਨੇ ਡਾਕਟਰੀ ਪ੍ਰੈਕਟਿਸ ਕਰੀ ਆ 에어ਪੋਰਟ ਦੇ ਨਾਲ। ਸਾਰੇ ਜਾਣਾ ਲੋਗੜੀਆ ਡਾਕਟਰ, ਮਤਲਬ ਕਹੇ। ਚਲੋ ਜੀ ਇਕੱਠੇ ਹੋ ਗਏ 5-10 ਬੰਦੇ ਪਿੰਡ ਵਾਲੇ, ਉੱਥੇ ਚਲੇ ਗਏ। ਉਹਨੂੰ ਕਹਿਣ ਲੱਗੇ ਜੀ ਤੁਮੇ ਸਰਪੰਚੀ ਲੜੋ। ਉਹਨੇ ਜੀ ਸਿਰ ਹੋ ਗਿਆ ਜੋ ਬਾਈ ਜੀ ਨੇ, ਵੀ ਤੁਮੇ ਸੋਚ ਕਿਸ ਤਰ੍ਹਾਂ ਨੇ, ਮੈਂ ਕਿਉਂ ਪੰਗਾ ਲੈਣਾ, ਸਾਲਾ ਇਹ ਪੁੱਠਾ ਕੰਮ ਹੈਗਾ। ਚਲੋ ਜੀ 2 ਦਿਨ ਜਾਂਦੇ ਰਹੇ, ਉਹ ਨਹੀਂ ਮੰਨੇ ਜੀ ਜਮਾ ਵੀ। ਅਖੀਰ 'ਚ ਨਾ ਕਹਾਣੀ ਇਹ ਆ ਗਈ ਵੀ ਉਹ ਦੁਬਾਰਾ ਖੜੇ ਹੋ ਗਏ ਵੀ ਇਸ ਤਰ੍ਹਾਂ ਕਰੋ ਵੀ ਜੀਰਕਪੁਰ ਦਾ ਕਮੇਟੀ ਬਣ ਜਾਣੀ 2-3 ਸਾਲ ਬਾਅਦ, 1 ਸਾਲ ਕੀ ਬਾਤ ਆ ਵੀ ਤੁਮੇ ਲੜੋ, ਤਾਂ ਉਹ ਨਹੀਂ ਮੰਨੇ ਜੀ। ਐਂਡ 'ਚ ਉਹਨਾਂ ਨੇ ਮੇਰੇ ਫਾਦਰ ਨੂੰ ਪਤਾ ਨਹੀਂ ਕਹਾਣੀਆਂ ਕੁਣੀਆਂ ਪਾ ਕੇ, ਇੱਕ ਦਵਿੰਦਰ ਆ ਲੋਗੜ ਤੋਂ, ਸਾਡੀ ਬਹੁਤ ਅਟੈਚਮੈਂਟ ਤੇ, ਉਹਨਾਂ ਨੇ ਜੀ ਕਿਸੇ ਤਰ੍ਹਾਂ ਮਨਾ ਲਿਆ ਵੀ ਚੱਲ ਜੇ ਤੂੰ ਨਹੀਂ ਖੜਨ ਨਾ, ਮੈਨੂੰ ਨੀਟੂ ਕਹਿੰਦੇ ਦੇ, ਵੀ ਆਪਾਂ ਨੀਟੂ ਨੂੰ ਖੜਾ ਕਰਦੇ ਆ, ਵੀ ਸਾਲ ਬਾਅਦ ਛੱਡ ਦਿਊਗਾ। ਉੱਥੇ ਨੀਟੂ ਜੀ ਛੋਟਾ ਨਾ ਛੋਟਾ ਨਾ ਨੀਟੂ ਦਾ ਕਿਸੇ ਨੂੰ ਨਹੀਂ ਪਤਾ, ਇਹ ਵੀ ਤੁਹਾਨੂੰ ਅੱਜ ਪਤਾ ਲੱਗਾ ਵੀ ਇਹਨੂੰ ਕਰਦੇ ਆ ਜੀ। ਪਤਾ ਨਹੀਂ ਕਿਸ ਤਰ੍ਹਾਂ ਮਨਾ ਲਿਆ ਉਹਨਾਂ ਨੇ। ਐਂਡ 'ਚ ਫਿਰ ਮੈਨੂੰ ਖੜਾ ਕਰਦੇ ਆ। ਤੁਸੀਂ ਦੇਖੋ ਮੈਨੂੰ 1433 ਵੋਟ ਪਈ ਸੀ ਸਰਪੰਚੀ 'ਚ,
ਤੇ 231 ਕਿਹੜੇ ਵੋਟਾਂ। ਸਾਲ ਦੀ ਗੱਲ ਹੈ? ਇਹ 1998 233 ਵੋਟਾਂ ਇੱਕ ਵਿਰੋਧੀ ਨੂੰ ਪਈ ਜਿਹੜਾ ਕਲੋਨੀਆਂ ਤੋਂ ਖੜਾ ਤਾ, ਤੇ 85 ਵੋਟ ਉਹਨੂੰ ਦਲੀਪ ਸਿੰਘ ਨੂੰ ਪਈ। ਕੈਪਟਨ ਸਾਹਿਬ ਦਾ ਕੈਂਡੀਡੇਟ ਦਲੀਪ ਤਾਂ ਹੈ, ਮੈਂ ਆਜ਼ਾਦ ਤੇ ਔਰ ਇਹ ਵੀ ਨਹੀਂ ਵੀ ਮੇਰਾ ਇੱਕੋ ਹੀ ਘਰ ਤਾਂ ਪਿੰਡ ਦਾ, ਪਰ ਸਾਰੇ ਪਿੰਡ ਨਾਲ ਕੋਈ ਨਾ ਕੋਈ ਰਿਸ਼ਤਾ ਦਾ, ਸਾਰਾ ਦਾ ਉਹ ਪਿੰਡਾਂ 'ਚ ਵਨ ਸਾਈਡਡ ਵੋਟ। ਔਰ ਤੁਸੀਂ ਦੇਖੋ ਜਿਹੜੀ ਮੈਕਸਿਮਮ ਵੋਟ ਦਸ਼ਮੇਸ਼ ਕਲੋਨੀ ਦੀ, ਦਸ਼ਮੇਸ਼ ਕਲੋਨੀ ਦੀ, ਜਿਹੜੇ ਦਿੱਲੀ ਦੰਗਾ ਪੀੜਤ ਤੇ ਅੱਛਾ ਉਹ ਆਏ ਉੱਥੋਂ ਉੱਜੜ ਗਏ, ਉੱਥੋਂ ਉੱਜੜ ਕੇ ਆਏ ਵੇ ਤੇ ਸਾਰੇ। ਪਰ ਜਦ ਕਦੇ ਰਾਤ ਨੂੰ ਉਹਨਾਂ ਨੂੰ ਜ਼ਰੂਰਤ ਪੈ ਜਾਂਦੀ ਸੀ, ਮੈਂ ਦਵਾਈ ਦੂਈ ਦੇਣ ਜਾਂਦਾ ਤਾਂ, ਹੋਰ ਜਾਂਦਾ ਤਾਂ ਨਹੀਂ, ਮੇਰੇ ਨਾਲ ਉਹਨਾਂ ਦਾ ਇੰਨਾ ਕੁ ਪਿਆਰ। ਯਾਨੀ ਕੋਈ ਜਿਹੜੇ ਦੰਗੇ ਹੋਏ ਉਹਦਾ ਮਤਲਬ ਇਹ ਕੋਈ ਵੀ ਉਹਨਾਂ ਦੰਗਿਆਂ ਨੇ ਵੀ ਕੋਈ ਹਿੰਦੂ ਸਿੱਖਾਂ 'ਚ ਫਰਕ ਨਹੀਂ ਨਹੀਂ ਪਾਇਆ। ਪਰ ਉਹਦੀ ਯਾਨੀ ਉਸ ਚੀਜ਼ ਤੋਂ ਇੱਕ ਚੀਜ਼ ਮੰਨਦੀ ਹੈ ਅੱਜ ਤੱਕ ਵੀ। ਤੁਸੀਂ ਦੇਖੋ ਮੈਂ ਕਦੇ ਕਿੰਨੇ ਵੋਟ- ਇੱਧਰ ਸੈਟਲ ਹੋਏ ਸੀ, ਕਿੰਨੇ ਕੁ ਬੰਦੇ ਸੀ ਮੇਰੇ ਕੋਲ ਪਰਿਵਾਰ 'ਚ? ਉਸ ਟਾਈਮ ਕੋਈ 800-900 ਵੋਟ ਸੀ ਅੱਛਾ 1998 ਚ। ਜੀਰਕਪੁਰ ਬਸਿਆ ਹੀ ਦੰਗਾ ਪੀੜਦਾ ਹੁੰਦਾ। ਫਿਰ ਕਾਰ ਕਦੋਂ ਲਈ? ਜਦੋਂ ਬਸ ਫਿਰ ਕਾਰ ਦੇ ਜਿਹੜਾ ਸੁਪਨਾ ਕਦੋਂ ਪੂਰਾ ਹੋਇਆ? ਬੱਤੀ ਵਾਲੀ ਕਾਰ। ਕਾਰ ਨਾ ਬਸਤੀ ਵਾਲੀ ਤਾਂ ਬਾਅਦ ਚ, ਪਹਿਲਾਂ ਕਾਰ ਕਦੋਂ? ਕਾਰ ਦਾ ਯਾਰ ਤੁਸੀਂ ਦੇਖੋ ਕਿੱਡੀ ਇੰਟਰਸਟਿੰਗ ਸਟੋਰੀ। ਅਸੀਂ ਜੀ ਸਾਡਾ ਠੇਕਾ ਹੁੰਦਾ ਤਾਂ 10000 ਰੁਪਏ, ਅਸੀਂ 10 ਕਿੱਲੇ ਠੇਕੇ ਤੇ ਦਿੰਦੇ ਤੇ 1000 ਰੁਪਏ ਕਿੱਲੇ ਦਾ ਠੇਕਾ ਦਾ। ਮੈਂ ਐਮਐਸਸੀ ਕਰ ਲਈ, ਵਿਹਲੇ ਹੋ ਗਏ ਸਾਲਾ ਕੁਛ ਨਾ। ਹੁਣ ਵਾਲਿਆਂ ਨੂੰ ਤਾਂ ਕਿਆਸ ਵੀ ਨਹੀਂ ਹੋਣਾ ਵੀ 1000 ਰੁਪਏ ਕਿੱਲੇ ਦਾ ਠੇਕਾ ਤੇ ਆ ਤੇ ਪਾਗਲ ਹੋ ਗਏ। ਮੈਂ ਤਾਂ 2 ਮਹੀਨੇ ਰਹਿ ਕੇ ਸਾਨੂੰ ਨੌਕਰੀ ਨਾ ਮਿਲੇ, ਬੰਦਾ ਝੱਲਾ ਹੋ ਜਾਂਦਾ, ਡਿਪਰੈਸ਼ਨ 'ਚ ਚਲਾ ਜਾਂਦਾ। ਤਾਂ ਜੀ ਮੇਰੇ ਫਾਦਰ ਨੇ ਸੋਚਿਆ ਤੇ ਮੈਂ ਐਨਸੀਸੀ ਲਈ ਜੀ, ਫਲਾਈਂਗ ਕਰੀ, ਪਾਇਲਟ ਦਾ ਕੋਰਸ ਕਰਿਆ। ਹੁਣ ਮੈਂ ਇੰਟੈਲੀਜੈਂਟ ਦਾ 10ਵੀਂ 'ਚ ਪੜ੍ਹਿਆ, ਚੰਗਾ ਠੀਕ। ਮੇਰੇ ਫਾਦਰ ਦੇ ਸੁਪਨੇ ਬਹੁਤ ਤੇ ਵੀ ਇੰਜੀਨੀਅਰ ਬਣੋ, ਮੁੰਡਾ ਡਾਕਟਰ ਬਣੋ, ਅਸੀਂ ਤਾਂ ਫੇਰ ਬੋਲਦੇ ਬਸ। ਹੁਣ 10ਵੀਂ 'ਚ ਮੇਰੇ ਨੰਬਰ ਬਹੁਤ ਆ ਗਏ, ਮੀਡੀਅਮ ਪੰਜਾਬੀ ਤਾਂ ਅੱਗੇ ਇੱਕਦਮ ਗਵਰਨਮੈਂਟ ਕਾਲਜ 'ਚ ਐਡਮਿਸ਼ਨ ਲੈ ਲਈ, ਉੱਥੇ ਸਾਲਾ ਇੰਗਲਿਸ਼ ਮੀਡੀਅਮ। ਅੱਛਾ ਮੇਰਾ ਮੈਥ ਵੀ ਠੀਕ, ਫਿਜ਼ਿਕਸ ਵੀ ਠੀਕ, ਇੰਗਲਿਸ਼ ਵੀ ਕਰ ਲਿਆ ਕਰਾਂ। ਜਦੋਂ ਕੈਮਿਸਟਰੀ ਦਾ ਕਲਾਸ ਆਣੀ ਮੈਨੂੰ ਨੀਂਦ ਆ ਗਈ, 2 ਕੱਪ ਚਾਹ ਕੇ ਪੀਣੀ। ਮੇਰੀ ਰਿਪੇਅਰ ਆ ਗਈ, ਕੰਪਾਰਟਮੈਂਟ ਆ ਗਈ ਕੈਮਿਸਟਰੀ 'ਚ। ਜਦੋਂ ਕੰਪਾਰਟਮੈਂਟ ਆ ਗਈ ਫਿਰ ਸੰਘੀਲੇ ਗਿਰਾ ਦਾ ਤੁਹਾਨੂੰ ਪਤਾ ਖਾਲਸਾ ਕਾਲਜ, ਫਿਰ ਖਾਲਸਾ ਕਾਲਜ ਚਲੇ ਗਿਆ, +2 ਉੱਤੋਂ ਕਰੀ। ਫਿਰ ਡੀਏਵੀ ਕਾਲਜ ਆਇਆ ਮੈਂ। ਨਹੀਂ ਖਾਲਸਾ ਜਿਹੜੇ ਗੁਰੂ ਗੋਬਿੰਦ ਸਿੰਘ ਕਾਲਜ, ਕਿਉਂਕਿ ਗਵਰਨਮੈਂਟ ਕਾਲਜ ਤਾਂ ਕੰਪਾਰਟਮੈਂਟ ਵਾਲੇ ਨੂੰ ਐਡਮਿਸ਼ਨ ਨਹੀਂ ਨਹੀਂ ਮਿਲਦੀ ਮਿਲਦੀ। ਸੀ। ਫਿਰ ਮੈਂ ਡੀਏਵੀ ਤੋਂ ਬੀਐਸਸੀ ਕਰੀ, ਅੱਛਾ। ਫਿਰ ਐਮਐਸਸੀ ਕਰੀ ਸਿਮਲਾ ਯੂਨੀਵਰਸਿਟੀ ਤੋਂ, ਅੱਛਾ ਐਮਐਸਸੀ ਮੈਥਮੈਟਿਕਸ। ਮੈਥ। ਸਾਡੇ ਕੋਲ ਨਾ 10000 ਰੁਪਏ ਠੇਕਾ ਆਂਦਾ। ਕਿਹੜੇ ਸਾਲ ਐਮਐਸਸੀ? ਮੈਂ ਕਰੀ 91 ਚ। 90 ਸਾਡੇ ਕੋਲ 10000 ਰੁਪਏ ਠੇਕਾ ਆਇਆ ਕਰਾਤਾ 92 ਦੀਆਂ ਗੱਲਾਂ। ਤੇ ਮੇਰੇ ਫਾਦਰ ਸਵੇਰੇ ਫਿਰ ਚਲੇ ਜਾਂਦੇ ਤੇ ਕਲੀਨਿਕ ਤੇ। ਮੇਰਾ ਇੱਕ ਛੋਟਾ ਬ੍ਰਦਰ ਦਾ ਯਾਦਵਿੰਦਰ, ਹੁਣ ਵੀ ਉਹ ਪੜ੍ਹਨੇ ਚ ਠੀਕ ਠਾਕ ਦਾ, ਬੜੀ ਔਖੀ ਉਹਨੇ 10ਵੀਂ ਕਰੀ। ਅਸੀਂ ਕੀ ਕਰਨਾ ਜੀ, ਅਸੀਂ ਸੋਚਿਆ ਆਲੇ ਦੁਆਲੇ ਮਾੜਾ ਮੋਟਾ ਪ੍ਰਾਪਰਟੀ ਜੀ ਦਾ ਕੰਮ ਥੋੜਾ ਬਹੁਤਾ ਤਾਂ ਉੱਥੇ ਜਿੱਥੇ ਮੇਰਾ ਦਫ਼ਤਰ ਆ ਨਾ, ਉਹ ਮੇਰੀ ਇੰਸੈਸਟਰਲ ਪ੍ਰਾਪਰਟੀ ਸੀਗੀ, ਜਿਹੜਾ ਮੇਨ ਆਫਿਸ ਨਹੀਂ ਹੁਣ ਮੇਰਾ। ਮੈਂ ਹਰ ਯਾਦਵਿੰਦਰ ਨੇ ਕਿਆ ਕਰਿਆ ਜੀ, ਅਸੀਂ ਬਰਸਾਤਾਂ ਦੇ ਦਿਨ ਤੇ ਉੱਥੇ ਗਾਰਾ ਕਰਕੇ ਇੱਟਾਂ ਦੀ 2 ਗੱਡੀਆਂ ਤਰਵਾਈਆਂ ਜੀ ਅਸੀਂ। ਮੇਰੇ ਕੋਲ 1500 ਰੁਪਏ ਗੱਡੀ ਤੀ ਜਾਂ 3000 ਇੱਟ। ਬਸ ਅਸੀਂ ਆਪੇ ਲੱਗ ਕੇ ਨਾ ਕਰਕੇ ਕਰਨੀ ਜੀ ਕਮਰਾ ਬਣਾ ਲਿਆ 10x10 ਦਾ ਉੱਤੇ। ਤੇ ਦੇਖ ਲੈਣਾ ਵੀ ਬਾਈ ਜੀ ਨੂੰ ਨਾ ਪਤਾ ਲੱਗ ਜੇ। ਬਾਈ ਜੀ ਕਹਿੰਦੇ ਆ ਮੈਂ ਆਪਣੇ ਫਾਦਰ ਨੂੰ। ਜਦ ਉਹਨਾਂ ਨੇ ਚਲੇ ਜਾਣਾ ਫਿਰ ਸ਼ੁਰੂ ਕਰਨਾ, ਉਹਨਾਂ ਕੇ ਆਣੇ ਤੋਂ ਪਹਿਲਾਂ ਆ ਜਾਣਾ। ਬਸ ਉੱਪਰ ਪਾ ਕੇ ਬਾਲੇ ਜੀ ਅਸੀਂ ਕਮਰਾ ਬਣਾ ਕੇ ਆਪੇ ਪਲਸਤਰ ਜਾ ਕਰਕੇ ਉੱਤੇ ਟੁੱਟੀ ਜੀ 2-3 ਕੁਰਸੀਆਂ ਰੱਖ ਕੇ ਬੈਠ ਗਏ। ਸਾਡਾ ਨਾ 6-7 ਮਹੀਨੇ ਕੋਈ ਕੰਮ ਨਹੀਂ ਚੱਲਿਆ। ਦੇਖੋ ਕਿਸਮਤ ਕਿੱਡੀ ਗੱਲੀ। ਇੱਕ ਨਾ ਸਾਡੇ ਸਾਹਮਣੇ ਠੇਕੇਦਾਰ ਤਾਂ ਨਰਿੰਦਰ ਸਿੰਘ, ਉਹ ਬੜਾ ਕਹਾਣੀਆਂ ਸੁਣਾਏ ਕਰਦਾ, ਬੜਾ ਤੇਜ਼ ਦਾ। ਇੱਕ ਦਿਨ ਅਸੀਂ ਉੱਥੇ ਬੈਠੇ ਨਾਲ ਵਾਲੀ ਜ਼ਮੀਨ 'ਚ, ਉੱਥੇ 2 ਨਾ ਲੇਡੀਜ਼ ਨਿਕਲੀ ਜਾ ਰਹੀਆਂ। ਉਹਨੇ ਜੀ ਆਵਾਜ਼ ਮਾਰੀ ਠੇਕੇਦਾਰ ਨੇ ਵੀ ਕਰਾਰੇ ਪਲਾਟ ਇੱਥੇ ਹੈਲੋ ਮਜਰੇਗੀ 2 ਲੇਡੀ ਸੀ, ਯਾਤਰਾ ਗੁੱਤਰਾ ਪਾ ਬਜ਼ੁਰਗ ਜੀ। ਉਹ ਜੀ ਇੱਕਦਮ ਮੁੜ ਕੇ ਆ ਗਈਆਂ। ਮੈਂ ਕਿਹਾ ਲੈ ਇਹਨੇ ਚਿੱਤਰ ਮਰਵਾ ਦੇ ਅੱਜ। ਮੈਨੂੰ ਤਾਂ ਵੀ ਗਾਲਾਂ ਕੱਢਣ ਗਏ। ਤੇ ਉਹ ਆ ਕੇ ਪੁੱਛਣਗੇ ਕਿੱਥੇ ਆ ਭਾਈ ਪਲਾਟ ਕਾ। ਅੱਛਾ ਫਿਰ ਅਸੀਂ ਉਹਨਾਂ ਨੂੰ ਪਲਾਟ ਦਿਖਾਏ। ਹਾਂ ਉਹਨਾਂ ਨੇ ਜੀ ਫਿਰ 2 ਪਲਾਟ ਖਰੀਦੇ ਸਾਡੇ ਤੋਂ। ਕਿਹੜੇ ਸਾਲ ਦੀ ਗੱਲ ਹੈ? ਇਹ ਹੈਗੀ ਕੋਈ 1995 ਦੀ ਗੱਲ। 94-95 500 ਰੁਪਏ ਗਜ ਪਲਾਟ ਵੇਚੇ ਨਾਲ ਵਾਲੀ ਜ਼ਮੀਨ 'ਚ। ਅੱਛਾ ਤੇ 2 ਹੋਰ ਵੇਚੇ ਅਸੀਂ। 24000 ਰੁਪਏ ਕਮਿਸ਼ਨ ਬਣੀ ਹੋਈ ਹੈ। ਅੱਛਾ ਫਿਰ ਮੈਂ ਸਕੂਟਰ ਖਰੀਦਿਆ 2478 ਨੰਬਰ ਦਾ ਉਹਦਾ ਵੈਸੇ। ਅੱਛਾ
ਮੈਂ ਸਾਲਾ ਬੜਾ ਸਕੂਟਰ ਦੌੜੇ ਕਰਾ ਫਿਰ ਵੈਸਪਾ ਸੀ ਉਸ ਵੇਲੇ ਤਾਂ ਵੈਸਪਾ ਤਾਂ ਬਜਾਜ ਸੀ, ਵੈਸਪਾ ਵੈਸਪਾ। 2478 ਨੰਬਰ ਗੋਲ ਜਿਹਾ ਜੀ ਰਿਕਵਰ ਇੱਕੋ ਹੋਏ ਕਰਾ ਤਾਂ ਐਸਟੀਡੀ ਉੱਥੇ ਅਸੀਂ ਫੋਨ ਕਰਨ ਜਾਏ ਕਰਾਂ ਤੇ ਫਿਰ ਪੇਜਰ ਜਾ ਲਿਆ ਚਲਦੇ ਚਲਦੇ ਜੀ ਫਿਰ ਮੇਰੀ ਜ਼ਮੀਨ ਤੀ ਜਿਹੜੀ ਜੀ ਹੁਣ ਨੇੜਾ ਦਾ ਸਾਲਾ 250 ਰੁਪਏ ਗਜ ਤੇ ਮੇਰੇ ਫਾਦਰ ਨੇ ਰੱਖਦੇ ਵੀ 600 ਰੁਪਏ ਤੇ ਘੱਟ ਪਲਾਟ ਨਹੀਂ ਵੇਚਣਾ ਹੁਣ ਸਾਲਾ ਜਦ ਇੱਧਰਲੇ ਪਾਸੇ 300 ਤਾਂ ਇੱਧਰ 600 ਕਿਉਂ ਵਿਕ ਜੂਗਾ ਇੱਕ ਦਿਨ ਨਾ ਅਸੀਂ ਦੋਨੇ ਬੈਠੇ ਮੈਂ ਔਰ ਮੇਰਾ ਛੋਟਾ ਬ੍ਰਦਰ ਯਾਦਵਿੰਦਰ ਇੱਕ ਨਾ ਰਾਜਸਥਾਨੀ ਆ ਗਏ ਉਸ ਟਾਈਮ ਜੀਰਕਪੁਰ ਚ ਸੜਕਾਂ ਨਹੀਂ ਕੋਈ ਬਣਾਉਂਦੇ ਨੇ ਕੱਚੇ ਰਸਤਿਆਂ ਦੇ ਵੇਚਦੇ ਤੇ ਉਹ ਕਹਿਣ ਲੱਗੇ ਵੀ ਇੱਥੇ ਨਾ ਲੁੱਕ ਕੀ ਸੜਕ ਬਣਾ ਦਿਓ ਅੱਛਾ ਤੁਹਾਡੇ ਪਲਾਟ ਵਿਕ ਜੂਗੇ ਹਾਂ ਹੁਣ ਲੁੱਕ ਕੀ ਸੜਕ ਬਣਾਉਣੇ ਵਾਸਤੇ ਵੀ ਪੈਸੇ ਨਹੀਂ ਉਦੋਂ ਵੀ ਮੇਰੇ ਖਿਆਲ 2-3 ਲੱਖ ਰੁਪਏ ਲੱਗਣੇ ਤੇ ਅਸੀਂ ਕਿਹਾ ਸਾਡੇ ਵਾਸਤੇ ਤਾਂ ਪੈਸੇ ਨਹੀਂ ਕਹਿੰਦਾ ਤੁਹਾਨੂੰ ਵੇਚ ਕੇ ਦੇ ਦਿਓ ਪੈਸੇ ਬਸ ਗੱਟ ਕੇ ਦੇ ਦਿਓਗਾ ਮੈਨੂੰ ਪਤਾ 25-30 ਹਜ਼ਾਰ ਮੈਂ ਇਕੱਠਾ ਕਰਕੇ ਉਹਨੂੰ ਦੇ ਦਿਆ ਉਹ ਸੜਕ ਬਣਾਈ ਨਾ ਉਹਨੇ ਕਾਲਾ ਤੇਲ ਪਾ ਦਿਆ ਵਿੱਚ ਅੱਛਾ ਲੁੱਕ ਕੀ ਜਾਂ ਵਿੱਚ ਕਾਲਾ ਤੇਲ ਮਿਕਸ ਕਰ ਦਿਆ ਉਹ ਇੰਨਾ ਧੁੱਪਾਂ ਗਰਮੀਆਂ ਦੇ ਦਿਨ ਤੇ ਉਹ ਨੈਸ਼ਨਲ ਹਾਈਵੇ ਤੇ ਸਿੱਧੀ ਨਜ਼ਰ ਆਏਗਾ ਲਿਸਕ ਮਾਰੇਗਾ ਉੱਥੇ ਅੱਛਾ ਜਿਹੜੇ ਗਾਹਕ ਅੱਗੇ ਜਾਂਦੇ ਤੇ ਉਹ ਮੇਰੀ ਕਾਲੀ ਦੀ ਸੜਕ ਦੇਖ ਕੇ ਮੁੜਨ ਲੱਗ ਗਏ ਉਹ 250 ਰੁਪਏ ਵਾਲੇ ਪਲਾਟ ਵਿਕੇ ਨਹੀਂ ਮੇਰੇ ਵਾਲੇ 600 ਨੂੰ ਵਿਕ ਗਏ ਕਾਲੀ ਸੜਕ ਤੇ ਦੇਖ ਲਓ ਕਿਸਮਤ ਕੀ ਗੱਲ ਹੈ ਐਡਾ ਕੰਮ ਚੱਲਿਆ ਫਿਰ ਅਸੀਂ ਜ਼ਮੀਨ ਖਰੀਦੀ ਕਦੀ ਥੋੜੀ ਫਿਰ ਜੀਰਕਪੁਰ ਚ ਸਭ ਤੋਂ ਪਹਿਲਾਂ ਫਿਰ ਮੈਂ ਕੁਲਵੰਤ ਕੇ ਪਾਸ ਆਇਆ ਸੀ JLP ਵਾਲੇ ਵੀ ਬਾਈ ਜੀ ਮੇਰੀ ਮਦਦ ਕਰ ਇਹ ਅਪਰੂਵਡ ਕਲੋਨਾਈਜੇਸ਼ਨ ਦਾ ਕੰਮ ਕਰਨ ਲੱਗ ਗਿਆ ਇਹ ਤਾਂ ਪੂਰਾ ਜਨਤਾ ਇਨਕਲੇਵ ਇਹਨੇ ਕੱਢ ਜੇ ਇਹਦੀ ਲੰਮੀ ਸੋਚ ਸੀ ਸਭ ਪਹਿਲਾਂ ਲੱਗ ਗਿਆ ਇਹ ਅਪਰੂਵਡ ਕਲੋਨਾਈਜੇਸ਼ਨ ਫਿਰ ਜੀਰਕਪੁਰ ਫਿਰ ਇਹਨੇ ਮੇਰੀਆਂ 2 ਕਲੋਨੀਆਂ ਅਪਰੂਵ ਕਰਾਈਆਂ ਜੀ 98 ਚ KBS ਸਿੱਧੂ ਜੇ ਕੋਈ ਪੈਸਾ ਨਹੀਂ ਇਹਨੇ ਲਿਆ ਇੱਕ ਡਿਫੈਂਸ ਇਨਕਲੇਵ ਇੱਕ ਸਵਿਤਰੀ ਇਨਕਲੇਵ ਅਪਰੂਵਡ 2 ਕਲੋਨੀਆਂ ਮੈਂ ਕੱਟੀ ਮੇਰੀ ਪਹਿਲਾਂ ਸਵਿਤਰੀ ਹੋਈ ਸੀ ਮੇਰਾ ਹਾਂ ਸਵਿਤਰੀ ਤੇ ਡਿਫੈਂਸ ਅੱਛਾ ਡਿਫੈਂਸ ਬਸ ਫਿਰ ਕੰਮ ਕਾਰ ਕਦੋਂ ਲਈ ਕਾਰ ਫਿਰ ਉੱਥੇ ਖੜ ਗਈ ਕਾਰ ਉਹ ਫਿਰ ਕਾਰ ਜਦੋਂ ਪੈ ਗਈ ਜੀ ਸਾਰੀ ਜਦੋਂ ਲੁੱਕ ਜੀ ਪੈ ਗਈ ਗਾਹ ਖਾਣ ਲੱਗੇ ਫਿਰ ਨਾ ਇੱਕ ਪਲਾਟ ਦਾ 500 ਗਜ ਕੇ 2 ਸਾਈਡ ਤੇ ਸਾਨੂੰ ਵੀ ਥੋੜਾ ਜਿਹਾ ਹਿਸਾਬ ਜਿਹਾ ਪੈ ਗਿਆ ਸੀ ਉਹ 300 ਰੁਪਏ ਗਜ ਖਰੀਦ ਲਏ ਬਿਆਨਾ ਦੇ ਦਿਆ ਮਤਲਬ 20000 ਵੀ ਉਹ ਪਲਾਟ ਜੀ ਫਿਰ ਸਾਡਾ ਵਿਕ ਗਿਆ ਅੱਛਾ ਵਿਕ ਵੀ ਠੀਕ ਰੇਟ ਪਰ ਗਿਆ ਉਸ ਟਾਈਮ ਉਸ ਵਿੱਚ ਮੇਰੇ ਯਾਦ ਹੈਗਾ ਵੀ ਸਾਨੂੰ ਪੈਸੇ ਬਚੇ ਕੋ 2.5 ਪਤਾ ਨਹੀਂ 3 ਲੱਖ ਫਿਰ ਮੈਂ ਮਰੂਤੀ ਕਾਰ 245 ਨੰਬਰ ਲਿਆ ਜੀ ਅੱਛਾ ਉਹ ਪਹਿਲਾਂ ਮਰੂਤੀ ਲਈ ਮਰੂਤੀ 245 ਕਿਹੜੇ ਸਾਲ ਦੀ ਇਹ ਗੱਲ ਇਹ ਹੈਗੀ ਕੋਈ 98 ਅੱਛਾ ਫਿਰ ਜਦੋਂ ਮੈਂ ਮਰੂਤੀ ਕਾਰ ਚਲਾਈ ਹੋਈ ਠੰਡਾ ਕੇ ਦਿਨ ਤੇ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਯਾਰ ਠੰਡਾ ਮੈਂ ਲੋਕਾਂ ਨੂੰ ਕਹਿ ਕਰਾਂ ਵੀ ਇਸ ਸਾਲ ਠੰਡੇ ਨਹੀਂ ਹੋਈ ਸੜੀ ਸੱਚੀ 96 ਕੀ ਗੱਲ ਆ ਸੱਚ 96 ਚ ਮੈਂ ਮਰੂਤੀ ਲਈ ਤਾਂ ਇਹਨੇ ਠੰਡਾ ਇਹ ਜਿਹੀ ਨਿਕਲੀਆਂ ਪਤਾ ਹੀ ਨਹੀਂ ਲੱਗਾ ਕਿਉਂਕਿ ਸਕੂਟਰ ਤੇ ਠੰਡ ਬਹੁਤ ਲੱਗਾ ਤੇ ਮਰੂਤੀ ਪਹਿਲੇ ਦਿਨੇ ਖਰੀਦ ਕੇ ਲਿਆ ਉਦੋਂ ਹੀ ਉਹ ਚਲਾਈ ਕਿਉਂਕਿ ਟਰੈਕਟਰ ਟਰੂਕਟਰ ਤਾਂ ਮੈਂ ਬਹੁਤ ਚਲਾਇਆ ਮੈਂ 95 ਲਈ ਮਰੂਤੀ 95 ਲਈ ਕਰੀ ਉਹ ਮੈਂ ਗੱਡੀ ਫਿਰ ਮੈਂ ਜੀ ਦੇਖਦੇ ਵੀ ਉਸ ਮਰੂਤੀ ਤੇ ਮੈਂ ਬਹੁਤ ਸਭ ਤੋਂ ਜ਼ਿਆਦਾ ਡਰਾਈਵਰ ਇੱਕ ਵਾਰੀ ਮੈਂ ਤੁਸੀਂ ਹੈਰਾਨ ਰਹਿ ਕਿਹੜੇ ਰੰਗ ਦੇ ਸੀ ਵਾਈਟ ਸੀ ਅੱਛਾ ਮੈਂ ਮੇਰੀ ਵਾਈਫ ਮੇਰਾ ਇੱਕ ਬੇਟਾ ਮੇਰੀ ਸਿਸਟਰ मेरा एक जीजा मेरा एक दोस्त की वाइफ एक उसका बेटा कितने जने होंगे देखो 99 की बात आ जी गल हैगी आ मैं लोगड़ तो चलिया जयपुर गए अच्छा ਇਹਦੀ ਕੁਝ 3-4 ਪਿੱਛੇ ਲੱਤਾਂ ਲਟਕਾ ਕੇ ਬੈਠ ਕੇ ਡਿੱਗੀ ਖੋਲ ਕੇ ਬਹਿ ਜਾਂਦੇ ਸੀ ਅਸੀਂ ਜੈਪੁਰ ਤੱਕ ਘੁੰਮ ਕੇ ਆਏ ਬੜੀ ਗੱਡੀ ਚਲਾਈ ਜੀ ਫਿਰ ਤਾਂ ਖਰ ਕੰਮ ਚੱਲ ਗਿਆ ਫਿਰ ਤਾਂ ਇੰਨੇ ਕੁ ਪੈਸੇ ਕਮਾਏ ਤੁਸੀਂ ਸੋਚ ਵੀ ਨਹੀਂ ਸਕਦੇ ਨਹੀਂ ਮੈਂ ਵੀ ਨਹੀਂ ਸੁਪਨੇ ਹੀ ਸੁੱਟੇ ਉਸ ਟਾਈਮ ਪੈਸੇ ਬੈੱਡਾਂ ਦੇ ਥੱਲੇ ਰੁਲਦੇ ਤੇ ਇੰਨੀ ਕਮਾਈ ਕਰੀ ਅਸੀਂ ਜੀ ਫਿਰ ਸਾਡਾ ਕੰਮ ਚੱਲ ਗਿਆ ਇੱਕ ਜ਼ਮੀਨ ਵੇਚਦੀ ਦੂਸਰੀ ਲਈ ਤੀਸਰੀ ਲੈ ਲਈ ਬੜਾ ਪਰ ਮੈਂ ਕਦੀ ਜ਼ਿੰਦਗੀ 'ਚ ਨਾ ਜੇ ਕਿਸੇ ਨੇ ਬਿਆਨਾ ਦੇ ਦਿਆ ਨਹੀਂ ਪੈਸੇ ਹੋਏ ਅਗਲੇ ਦੇ ਵਾਪਸ ਕਰ ਦੇ ਤੁਸੀਂ ਦੇਖੋ ਵੀ ਮੈਂ 5-6 ਹਜ਼ਾਰ ਫਲੈਟ ਡਿਲੀਵਰ ਕਰੇ ਹੋਣੇ ਕਦੇ ਰੌਲਾ ਨਹੀਂ ਇੱਕ ਸਿੰਗਲ ਕੰਜ਼ਿਊਮਰ ਕੋਰਟ 'ਚ ਕੇਸ ਨਹੀਂ ਹੈ ਸਿੰਗਲ ਕਦੇ ਵੀ ਇਹ ਪ੍ਰਮਾਤਮਾ ਦੀ ਕਿਰਪਾ ਹੈਗੀ ਮੈਨੂੰ ਹਰ ਚੀਜ਼ ਪ੍ਰਮਾਤਮਾ ਨੇ ਰਾਜਨੀਤੀ 'ਚ ਤੁਸੀਂ ਦੇਖੋ ਕਿੱਥੇ ਤੱਕ ਪਹੁੰਚਾ ਦੇ ਸੁਖਵੀਰ ਜੀ ਜਦੋਂ 91-92 ਚ ਮੈਂ ਪੜ੍ਹਾਈ ਕਰਾਂਦਾ ਇਹਨਾਂ ਦੀ ਡੈਰੀ ਦੀ ਜੀਰਕਪੁਰ ਗਾਇਆਂ ਰੱਖੀ ਵੀ ਮੇਰੀ ਆ ਹੋਵੇਗੀ ਉਹ ਜ਼ਮੀਨ ਸੀ ਨਾ ਹਾਂ ਇਹ ਵੀ ਹਲਕਾ ਜਿਹਾ ਹੁੰਦਾ ਚਿੱਟੇ ਜਿਹੇ ਕੱਪੜੇ ਪਾ ਕੇ ਆਏ ਕਰਾ ਕੁੜਤਾ ਵਜਾ ਹੀ ਪਾ ਬਹੁਤਾ 93-95 ਚ ਜਦ ਮੈਂ ਦਫ਼ਤਰ ਖੁੱਲਿਆ 93 ਚ ਫਿਰ ਇਹਨੇ ਆ ਜਾਣਾ ਮੇਰੇ ਪਾਸ
ਫਿਰ ਅਸੀਂ ਗੱਡੀ ਮੈਂ ਬੈਠਣਾ, ਇਹਨੇ ਚਲਾਣਾ, ਸਾਰਾ ਚੀਰ ਖੁਰ ਘੁੰਮ ਕਰਕੇ ਆਣਾ। ਤੇ ਆ ਇਹ ਨਹੀਂ ਉਸ ਟਾਈਮ ਤੋਂ ਜੀ ਸੁਖਵੀਰ ਜੀ ਨਾਲ ਮੇਰੇ ਮੈਂ ਇਹਨੂੰ ਵੀਰ ਜੀ ਕਹੇ ਕਰਾਂ, ਅੱਜ ਤੱਕ ਵੀ ਮੈਂ ਉਹੀ ਕਹਾ ਉਹਨੂੰ, ਬਾਈ ਜੀ ਉਹ ਕਹਾਣੀ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਦੇਖ ਲਿਓ ਪੂਰੇ ਜੇ ਮੈਂ ਤੁਹਾਨੂੰ ਇੱਕ ਇੱਕ ਸਟੋਰੀ ਸੁਣਾਵਾਂ ਨਾ, ਇੱਕ ਲੈਕਸ਼ਨ ਤੇ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਪਰਮਾਤਮਾ ਨੇ ਮੇਰਾ ਏਡਾ ਸਾਥ ਕਿਤੇ ਨਾ ਕਿਤੇ ਦਿਨ ਤੇ ਲਿਖੋਗੇ ਇੱਕ ਦਿਨ ਇਕੱਲੀ ਸਰਪੰਚੀ ਜਿਹੜੀ ਮੈਂ ਦੁਬਾਰਾ ਪ੍ਰਧਾਨਗੀ ਦੀ ਚੋਣ ਲੜੀ, ਕਾਂਗਰਸ ਦੀ ਸਰਕਾਰ ਚ ਜਿੱਤੇ, 15 ਚੋਂ 11 ਐਮਸੀ 12 ਐਮਸੀ ਬਣੇ ਦੇ, ਜਿਸ ਚੋਂ 11 ਐਮਸੀ ਪਹਿਲੀ ਤੋਂ ਲੈ ਕੇ 10ਵੀਂ ਤੱਕ ਅਸੀਂ ਇਕੱਠੇ ਪੜ੍ਹੇ। ਅੱਛਾ ਜੀ। ਤੁਸੀਂ ਦੇਖ ਲਓ। ਔਰ ਕਲਾਕਾਰੀ ਮੇਰੀ, ਮੈਨੂੰ ਕਿਸੇ ਨੇ ਕੌਂਸਲ ਪ੍ਰਧਾਨ ਨਹੀਂ ਬਣਾਉਣਾ ਤਾਂ, ਪਰ ਪਰਮਾਤਮਾ ਨੇ ਮੇਰੇ ਤੇ ਐਡੀ ਕਿਰਪਾ ਕਰੀ। ਕੈਪਟਨ ਸਾਹਿਬ ਵੀ ਭਾਗ ਸਿੰਘ ਨੂੰ ਬਣਾਉਣਾ ਚਾਹ ਰਹੇ ਨੇ ਤੇ ਮੈਂ ਪ੍ਰਧਾਨ ਬਣਿਆ ਪਹਿਲੀ ਵਾਰੀ। ਫਿਰ ਦੂਸਰੀ ਵਾਰੀ ਕੈਪਟਨ ਸਾਹਿਬ ਨਾਲ ਵਿਗੜ ਗਈ। ਤੇ ਲਾਲ ਬੱਤੀ ਕਦੋਂ ਲੱਗੀ ਫਿਰ? ਲਾਲ ਬੱਤੀ ਬਾਦਲ ਸਾਹਿਬ ਨੇ 2010 ਚ ਲਾਈ। 2010 ਸ਼ੁਰੂ ਦਾ ਉੱਥੇ ਹੋਈ ਨਾ ਵੀ ਲਾਲ ਬੱਤੀ। ਪਰਮਾਤਮਾ ਦੀ ਗੱਲ ਹੈ। ਇਹਨੇ ਨਹੀਂ ਲਾਲ ਬੱਤੀ ਦੀ ਕਹਾਣੀ ਕਿਵੇਂ ਫਿਰ ਬਣੀ ਉਹ? 2003 ਚ ਜਦੋਂ ਮੈਂ ਪ੍ਰਧਾਨ ਬਣਿਆ, ਐਂਬੈਸਡਰ ਗੱਡੀ ਉੱਪਰ ਲਾਲ ਬੱਤੀ ਜੀ। ਫਿਰ ਮੈਨੂੰ ਉਦੋਂ ਯਾਦ ਆਈ, ਮੈਂ ਕਿਹਾ ਪ੍ਰਮਾਤਮਾ ਦੇ ਕਦ ਮੈਂ ਮੇਰੀ ਦਾਦੀ ਵੀ, ਮੇਰੀ ਮਦਰ ਵੀ ਬਹੁਤ ਖੁਸ਼ ਹੋਈ। ਮੇਰੀ ਮਾਂ ਦਾ ਬੜਾ ਰੋਲ ਆ ਮੇਰੀ ਕਾਮਯਾਬੀ ਵਿੱਚ। ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੇ ਬਜ਼ੁਰਗ ਨਾ ਤੁਹਾਡੇ ਵਾਸਤੇ ਕੀ ਕਰਦੇ ਆ। ਜਦੋਂ ਤੁਹਾਡੇ ਮਾਂ-ਬਾਪ ਘਰ ਹੁੰਦੇ ਆ ਨਾ, ਤੁਹਾਨੂੰ ਪਤਾ ਨਹੀਂ ਲੱਗਦਾ ਉਹ ਕੀ ਕਰਦੇ। ਜਦੋਂ ਚਲੇ ਜਾਂਦੇ ਆ ਨਾ, ਫਿਰ ਤੁਹਾਨੂੰ ਪਤਾ ਲੱਗਦਾ। ਮੇਰੀ ਮਦਰ ਦੀ ਡੈਥ 2006-7 ਚ ਹੋਈ, 8 ਚ ਪਤਾ ਨਹੀਂ ਨਾ 10 ਚ ਸੌਰੀ। ਉੱਥੇ ਗਏ ਤੇ ਉੱਪਰ ਉੱਥੇ ਡੈਥ ਹੋ ਗਈ ਬਦਰੀਨਾਥ, ਉੱਥੇ ਪਾਠ ਪੂਠ ਸੁਣ ਕੇ ਉੱਥੇ ਡੈਥ ਹੋ ਗਈ। ਤੁਸੀਂ ਦੇਖੋ ਵੀ ਉਹ ਕਰਦੇ ਕਿਆ ਤੇ। ਪਿੰਡ 'ਚ ਕਿਸੇ ਦਾ ਵਿਆਹ ਹੋਣਾ ਨਾ ਜੀ, ਉਹਨੇ ਆਪ ਚਲੇ ਜਾਣਾ, ਉਹਨੂੰ ਕਿਸੇ ਨੂੰ 100 ਰੁਪਏ 200 ਸ਼ਗਨ ਦੇਣੇ ਤੇ ਇੱਕ ਸੂਟ ਦੇ ਦੇਣਾ, ਚਾਹੇ 50 ਰੁਪਏ ਵਾਲਾ ਸੂਟ। ਉਦੋਂ ਵੀ ਸੁਣਾਈ ਸੀ ਤੁਸੀਂ, ਜਦੋਂ ਅਸੀਂ ਨਾ ਅਫਸੋਸ ਕਰਨ ਗਏ ਜੀ, ਉਸ ਦਿਨ ਸੁਣਾਈ ਸੀ ਤੁਸੀਂ ਇਹ ਗੱਲ ਹੈ ਨਾ। ਤੁਸੀਂ ਦੇਖੋ ਨਾ, ਇਸ ਬੰਦੇ ਦੇ ਘਰਾਂ ਇੱਕ ਸੂਟ ਦੇ ਦਿਆ, ਤੁਸੀਂ 10,000 ਦੇ ਦੇ ਚਾਹੇ, ਉਹਦੀ ਵੈਲਿਊ ਨਹੀਂ, ਉਹਨੇ ਉਹ ਯਾਦ ਰੱਖਣਾ ਹੈ। ਉਹਨੇ ਮੈਨੂੰ ਸਰਪੰਚ ਬਣਾ ਦਿੱਤਾ। ਦੇਖੋ ਪਹਿਲੀ ਵਾਰੀ ਤਾਂ ਘਰ ਕਿਆਂ ਕਰਕੇ ਬਣਿਆ ਨਾ, ਦੁਬਾਰਾ ਚਾਹੇ ਚਲੋ ਲਾ ਲਿਓ ਵੀ ਮੇਰੀ ਵੀ ਮਾੜਾ ਮੋਟਾ ਕੰਟਰੀਬਿਊਸ਼ਨ ਹੋਣਾ, ਪਰ ਫਸਟ ਟਾਈਮ ਉਹਨਾਂ ਕਰਕੇ ਬਣਿਆ। ਉਹਦੇ ਜਾਣ ਤੋਂ ਬਾਅਦ ਫਿਰ ਪਤਾ ਲੱਗਦਾ ਵੀ